ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝਟੀਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਸਾਹਿਬ ਜੀਓ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ, ਰਹੇ ਲੋਕ ਵਿਲ ਲਾਏ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ, ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੋ ਸਿਰ ਸੌਂਪੀਐ। ਵਿੱਚੋਂ ਆਪ ਜਾਈ, ਜਿਸ ਦਾ ਜੀਉ ਤਿਸ ਮਿਲ ਰਹੈ। ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ, ਭਾਗ ਤਿਨਾ ਕੀ ਨਾਨਕਾ। ਜਿਨ ਹਰ ਭੁਲੈ ਪਾਏ। ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ। ਜਿਨ ਹਰ ਭੁਲੈ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਅੰਦਰ ਮਨੁੱਖ ਜਿਤਨਾ ਮਾਇਆ ਦੇ ਨੇੜੇ ਹੈ, ਉਨਾ ਹੀ ਮਨੁੱਖ ਪਰਮਾਤਮਾ ਤੋਂ ਦੂਰ ਹੈ, ਪਰਮੇਸ਼ਰ ਤੋਂ ਦੂਰ ਹੈ। ਮਾਇਆ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰਦੀ ਹੈ, ਵਿਛੋੜਾ ਪਾਉਂਦੀ ਹੈ। ਗੁਰਦੇਵ ਪਿਤਾ ਨੇ ਬਾਣੀ ਅੰਦਰ ਕਿਰਪਾ ਕੀਤੀ ਹੈ ਕਿ ਜਦੋਂ ਮਨੁੱਖ ਦੇ ਹਿਰਦੇ ਵਿੱਚ ਮਾਇਆ ਦੀ ਯਾਦ ਵਸ ਜਾਂਦੀ ਹੈ, ਤਾਂ ਸੁਭਾਵਿਕ ਗੱਲ ਹੈ, ਫਿਰ ਪਰਮੇਸ਼ਰ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ। ਤੇ ਪਰਮੇਸ਼ਰ ਦਾ ਭੁੱਲਣਾ ਜਿਹੜਾ ਹੈ, ਸਹਿਬ ਬਾਣੀ ਅੰਦਰ ਆਖਦੇ ਨੇ ਕਿ ਮਨੁੱਖ ਆਪਣੇ ਜੀਵਨ ਦੇ ਵਿੱਚ ਆਪਣੇ ਪੱਲੇ ਕੇਵਲ ਖੁਆਰੀਆਂ ਹੀ ਕਰ, ਮਨੁੱਖ ਦੇ ਹਿੱਸੇ ਵਿੱਚ ਆਉਂਦੀਆਂ ਨੇ, ਉਹਦੇ ਪੱਲੇ ਕੇਵਲ ਖੁਆਰੀਆਂ ਪੈਂਦੀਆਂ। ਹਰ ਵਿਸਰਤ ਸਦਾ ਖੁਆਰੀ, ਤਾਕੋ ਧੋਖਾ ਕਾਂ ਵਿਆਪੈ। ਜਾਕੋ ਓਟ ਤੁਹਾਰੀ। ਸਹਿਬ ਆਖਦੇ ਨੇ ਪਰਮਾਤਮਾ ਨੂੰ ਵਿਸਾਰ ਕੇ ਮਨੁੱਖ ਖੁਆਰ ਹੁੰਦਾ ਹੈ, ਤੇ ਜਿਹੜੇ ਮਨੁੱਖ ਪਰਮਾਤਮਾ ਨੂੰ ਯਾਦ ਰੱਖਦੇ ਨੇ, ਫਿਰ ਮਾਇਆ ਉਹਨਾਂ ਨੂੰ ਖੁਆਰ ਨਹੀਂ ਕਰਦੀ। ਭਾਵੇਂ ਉਹ ਮਨੁੱਖ ਸੰਸਾਰ ਦੇ ਅੰਦਰ ਜਿੱਥੇ ਮਰਜੀ ਵਿਚਰਨ, ਪਰ ਉਹ ਮਨੁੱਖ ਕਦੀ ਖੁਆਰ ਨਹੀਂ ਹੁੰਦੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਮਾਇਆ ਨਹੀਂ ਵਸੀ, ਬਲਕਿ ਪਿਆਰੇ ਦੀ ਯਾਦ ਵਸੀ ਹੋਈ ਹੈ, ਪਰਮੇਸ਼ਰ ਦਾ ਵਾਸਾ ਹੈ। ਪਰ ਬਹੁਤਾਇਤ ਵੇਖਣ ਵਿੱਚ ਇਹ ਆਉਂਦਾ ਹੈ ਕਿ ਹਿਰਦਿਆਂ ਵਿੱਚ ਮਾਇਆ ਦਾ ਵਾਸਾ ਹੋਣ ਕਾਰਨ
ਮਨੁੱਖ ਦਾ ਧਰਮ ਜਿਹੜਾ ਬਾਹਰੀ ਤੌਰ ਤੇ ਸਿਰਫ ਨਜ਼ਰ ਆਉਂਦਾ ਹੈ। ਔਰ ਜਿਹੜੇ ਮਨੁੱਖ ਬਹੁਤਾਇਤ ਧਨ ਦੌਲਤ ਪ੍ਰਾਪਤ ਕਰ ਲੈਂਦੇ ਨੇ, ਫਿਰ ਉਹ ਸੰਸਾਰ ਦੇ ਅੰਦਰ ਹਰ ਚੀਜ਼ ਦੌਲਤ ਦੇ ਨਾਲ ਪ੍ਰਾਪਤ ਕਰਨੀ ਚਾਹੁੰਦੇ ਨੇ। ਉਹ ਚਾਹੁੰਦੇ ਨੇ ਵੀ ਸਾਨੂੰ ਧਰਮ ਵੀ ਜਿਹੜਾ ਹੈ ਅਸੀਂ ਮਾਇਆ ਦੇ ਨਾਲ ਪ੍ਰਾਪਤ ਕਰ ਲਈਏ, ਖਰੀਦ ਲਈਏ। ਇਸ ਕਰਕੇ ਮਾਇਆਧਾਰੀ ਬਹੁਤੇ ਜਿਹੜੇ ਨੇ ਉਹ ਕਦੀ ਆਪ ਨਹੀਂ ਪਾਠ ਕਰਦੇ, ਪਾਠ ਕਰਾਉਂਦੇ ਨੇ। ਉਹਦਾ ਭਾਵ ਇਹ ਹੈ ਵੀ ਸ਼ਾਇਦ ਇਹ ਕਰਦੇ ਤੇ ਇਹਦਾ ਫਲ ਮੈਨੂੰ ਮਿਲ ਜਾਵੇ। ਕਰੇ ਦੂਸਰਾ, ਫਲ ਮੈਨੂੰ ਮਿਲੇ। ਔਰ ਇਹ ਵੀ ਸੱਚ ਹੈ ਵੀ ਹਰ ਚੀਜ਼ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਉਹ ਭਾਵੇਂ ਧਨ ਕਮਾਉਣਾ ਹੋਵੇ, ਸ਼ੋਹਰਤ ਕਮਾਉਣੀ ਹੋਵੇ, ਉਹਦੇ ਵਾਸਤੇ ਮਨੁੱਖ ਨੂੰ ਅੱਤ ਦੀ ਮਿਹਨਤ ਤੇ ਮੁਸ਼ੱਕਤ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਧਰਮ ਹੈ। ਧਰਮ ਵੀ ਧਨ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ। ਧਰਮ ਨੂੰ ਵੀ ਮਿਹਨਤ ਕਰਕੇ ਮੁਸ਼ੱਕਤ ਦੇ ਨਾਲ ਕਮਾਇਆ ਜਾ ਸਕਦਾ ਹੈ। ਪਰ ਮਾਇਆਧਾਰੀ ਮਨੁੱਖ ਜਿਹੜਾ ਹੈ, ਸਾਹਿਬ ਆਖਦੇ ਨੇ ਮਾਇਆਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਰੂੜ ਕਝੋਲਾ। ਉਹਨੂੰ ਸ਼ਬਦ ਸੁਣਾਈ ਨਹੀਂ ਦਿੰਦਾ, ਉਹਦੇ ਅੰਦਰ ਤੇ ਹੋਰ ਹੀ ਮਾਇਆ ਦਾ ਸ਼ੋਰ ਸ਼ਰਾਬਾ 24 ਘੰਟੇ ਚੱਲਦਾ ਰਹਿੰਦਾ। ਤਾਂ ਐਸਾ ਮਨੁੱਖ ਜਿਹੜਾ ਹੈ ਉਹ ਧਰਮ ਨੂੰ ਖਰੀਦਣਾ ਚਾਹੁੰਦਾ ਹੈ। ਧਰਮ ਛੱਡੋ, ਰੱਬ ਨੂੰ ਵੀ ਉਹ ਖਰੀਦਣਾ ਚਾਹੁੰਦਾ ਹੈ। ਕਿਸੇ ਅਦੀਬ ਨੇ ਬੜੇ ਪਿਆਰੇ ਬੋਲ ਲਿਖੇ ਨੇ। ਉਹ ਕਹਿੰਦਾ ਹੈ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ। ਬੜਾ ਪਿਆਰਾ ਲਿਖਿਆ ਉਹਨੇ ਕਿ ਜਿਹੜੇ ਮਨੁੱਖ ਵਾਸ਼ਨਾਵਾਂ ਵਿੱਚ ਗ੍ਰਸਤ ਹੁੰਦੇ ਨੇ, ਉਹਨਾਂ ਵਾਸਤੇ ਵਫਾ ਕੀ ਚੀਜ਼ ਹੈ? कुछ भी नहीं। हवस के बंदे वफा बेच देते हैं, खुदा के घर की तो क्या बात खुदा को बेच देती है। ते रब दी गल छड्डो ते रब नूं भी वेचण लई तैयार हो जाते, रब दा भी सौदा कर लेते। पर रब एक ऐसी महान शख्सियत है जिन्हों खरीदिया नहीं जा सकता। वेचण दी ते गल दूर है, ਉਹਨੂੰ ਖਰੀਦਿਆ ਨਹੀਂ ਜਾ ਸਕਦਾ। ਮੇਰੇ ਪਾਤਸ਼ਾਹ ਜੀ ਨੇ ਪਾਵਨ ਬਚਨ ਅੰਦਰ ਕਿਰਪਾ ਕੀਤੀ ਹੈ ਕਿ ਬਹੁਤ ਸਾਰੇ ਮਨੁੱਖ ਚਾਹੁੰਦੇ ਨੇ ਵੀ ਕਿਸੇ ਤਰੀਕੇ ਦੇ ਨਾਲ ਧਨ ਦੌਲਤ ਦੇ ਨਾਲ ਅਕਾਲ ਪੁਰਖ ਪਰਮਾਤਮਾ ਨੂੰ ਖਰੀਦ ਲਈਏ। ਹਾਂ, ਮਨੁੱਖ ਦੇ ਬਣਾਏ ਹੋਏ ਭਗਵਾਨ ਖਰੀਦੇ ਤੇ ਵੇਚੇ ਜਾਂਦੇ ਨੇ, ਮਨੁੱਖ ਦੇ ਬਣਾਏ ਹੋਏ, ਪਰ ਉਹਨਾਂ ਦੀ ਕਦਰ ਵੀ ਕਿੰਨੀ ਹੁੰਦੀ ਆਪਾਂ ਵੇਖ ਲੈਂਦੇ ਹਾਂ। ਜਦੋਂ ਤੱਕ ਮਨੁੱਖ ਦੀ ਲੋੜ ਹੁੰਦੀ ਹੈ ਉਹਨਾਂ ਚਿਰ ਠੀਕ ਹੈ, ਨਹੀਂ ਤੇ ਸੁੱਟ ਕੇ ਫਿਰ ਬੰਦਾ ਕੂੜੇਦਾਨ ਚ ਲਗਾ ਛੱਡਦਾ ਹੈ। ਮੈਂ ਵੇਖੇ ਨੇ ਭਗਵਾਨ ਆ ਸਮੁੰਦਰ ਦੇ ਕਿਨਾਰੇ ਤੇ ਜਦੋਂ ਵੇਖਦੇ ਨਾ ਆਪਾਂ, ਸਾਡੇ ਬੰਬਈ ਵਾਲੇ ਜਦੋਂ ਵੇਖਦੇ ਆ, ਪਹਿਲਾਂ ਭਗਵਾਨ ਦੀ ਕਈ ਦਿਨ ਤੱਕ ਪੂਜਾ ਕਰਦੇ ਨੇ, ਫਿਰ ਜਾ ਕੇ ਸਮੁੰਦਰ ਚ ਲਗਾ ਛੱਡਦੇ। ਤਾਂ ਮਨੁੱਖ ਦੇ ਬਣਾਏ ਹੋਏ ਭਗਵਾਨ ਦੀ ਹਾਲਤ ਐਸੀ ਹੋਵੇਗੀ। ਪਰ ਜਿਹੜਾ ਭਗਵਾਨ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ, ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਹੈ, ਨਾ ਤੇ ਉਹਨੂੰ ਕੋਈ ਬਣਾ ਸਕਦਾ ਹੈ, ਨਾ ਉਹਨੂੰ ਕੋਈ ਵੇਚ ਸਕਦਾ ਹੈ, ਤੇ ਨਾ ਉਹਨੂੰ ਕੋਈ ਖਰੀਦ ਸਕਦਾ ਹੈ। ਇਹਦੇ ਉੱਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮੋਹਰ ਲਾਉਂਦੇ ਨੇ, ਥਾਪੇ ਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ। ਕੋਈ ਵੀ ਦੁਨੀਆ ਦਾ ਮਨੁੱਖ ਭਗਵਾਨ ਨੂੰ ਸਥਾਪਿਤ ਨਹੀਂ ਕਰ ਸਕਦਾ, ਉਹਨੂੰ ਬਣਾ ਨਹੀਂ ਸਕਦਾ। ਉਹਨੇ ਸਾਨੂੰ ਬਣਾਇਆ, ਉਹਨੇ ਕਾਇਨਾਤ ਨੂੰ ਬਣਾਇਆ। ਉਹ ਕਾਇਨਾਤ ਕੋਈ ਛੋਟੀ ਨਹੀਂ, ਕੋਈ ਮਾਮੂਲੀ ਕਾਇਨਾਤ ਨਹੀਂ, ਕੋਈ ਇੱਕ ਬ੍ਰਹਿਮੰਡ ਨਹੀਂ ਹੈ। और ब्रह्मांड शब्द में वर्त देता है, ब्रह्मांड भी कोई छोटा नहीं। तो धरती छोटी है, ये केवल धरती की गल कर रहे हैं। ब्रह्मांड में खरे किन्नियां को धरतियां, किन्ने को सूरज, किन्ने को चंद नहीं, किन्ने को तारे नहीं, तो कोई अंत नहीं है। तो जेड़ा परमात्मा है बेअंत है, उसका कोई मनुख किवें मुल ला सकता है, उसकी कीमत किवें ला सकता है।
ਅਸੀਂ ਤੇ ਉਹਦੀ ਕੁਦਰਤ ਦਾ ਅੰਤ ਨਹੀਂ ਪਾ ਸਕੇ, ਫਿਰ ਕਾਦਰ ਦਾ ਕਿਵੇਂ ਅੰਤ ਪਾ ਸਕਦੇ? ਗੁਰਦੇਵ ਪਾਤਸ਼ਾਹ ਜੀ ਬਾਣੀ ਅੰਦਰ ਕਿਰਪਾ ਕਰਦੇ ਨੇ, ਉਹ ਇੰਨਾ ਸਮਰੱਥ ਹੈ, ਇੰਨਾ ਮਹਾਨ ਹੈ ਕਿ ਜੇ ਕੋਈ ਸਾਰੀ ਕਾਇਨਾਤ ਮਿਲ ਕੇ, ਸਾਰੀ ਸ੍ਰਿਸ਼ਟੀ ਮਿਲ ਕੇ ਆਖੇ ਵੀ ਪਰਮਾਤਮਾ ਬਹੁਤ ਵੱਡਾ ਮਹਾਨ ਹੈ, ਤੇ ਮਾਫ ਕਰਨਾ ਉਹ ਕੋਈ ਵੱਡਾ ਨਹੀਂ ਹੁੰਦਾ, ਉਹਦੇ ਵਿੱਚ ਵਾਧਾ ਨਹੀਂ ਹੁੰਦਾ। ਤੇ ਜੇ ਸਾਰੇ ਮਿਲ ਕੇ ਨਾ ਵੀ ਆਖਣ ਵੀ ਉਹ ਚੰਗਾ ਹੈ, ਤੇ ਤਾਂ ਵੀ ਉਹਦੇ ਵਿੱਚ ਕੋਈ ਘਾਟਾ ਨਹੀਂ ਹੁੰਦਾ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਰੇ ਮਿਲ ਕੇ ਆਖਣ ਲੱਗ ਜਾਣ ਰੱਬ ਤੇ ਵੱਡਾ ਹੈ, ਤਾਂ ਉਹਦੇ ਵਿੱਚ ਵਾਧਾ ਨਹੀਂ ਹੋਣਾ, ਤੇ ਨਾ ਉਹਦੇ ਵਿੱਚ ਕੋਈ ਘਾਟਾ ਹੋਣਾ। ਨਾ ਉਹ ਵੱਧਦਾ ਨਾ ਘਟਦਾ, ਉਹ ਜਿੰਨਾ ਹੈ ਉਨਾ ਹੀ। ਆਦਿ ਤੋਂ ਲੈ ਕੇ, ਜੁਗਾਂ ਤੋਂ ਲੈ ਕੇ ਹੁਣ ਤੱਕ ਤੇ ਅਖੀਰ ਤੱਕ ਉਹ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਪ੍ਰਭੂ ਜਿਹੜਾ ਹੈ, ਉਹ ਸਦਾ ਹੀ ਕਾਇਨਾਤ ਵਿੱਚ ਰਹਿਣ ਵਾਲਾ ਹੈ। ਨਾ ਤੇ ਅੱਜ ਤੱਕ ਕੋਈ ਉਹਦਾ ਅੰਤ ਪਾ ਸਕਿਆ, ਤੇ ਨਾ ਕੋਈ ਉਹਦਾ ਪਾ ਸਕਦਾ ਹੈ, ਤੇ ਨਾ ਕੋਈ ਉਹਦਾ ਮੁੱਲ ਹੀ ਲਾ ਸਕਦਾ ਹੈ। ਉਹਦੀ ਕੀਮਤ ਵੀ ਨਹੀਂ ਲਾਈ ਜਾ ਸਕਦੀ। ਤਾਂ ਬੜੀ ਕਿਰਪਾ ਕੀਤੀ ਮੇਰੇ ਸਾਹਿਬ ਆਖਦੇ ਨੇ ਕਿ ਉਹ ਅਕਾਲ ਪੁਰਖ ਜਿਹੜਾ ਹੈ ਨਾ, ਉਹ ਅਮੁੱਲਕ ਹੈ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਅਕਾਲ ਪੁਰਖ ਅਮੋਲਕ ਹੈ, ਮੁੱਲ ਤੋਂ ਪਰੇ ਹੈ, ਜਿੱਦੀ ਕੀਮਤ ਨਹੀਂ ਲਾਈ ਜਾ ਸਕਦੀ। ਦੁਨੀਆ ਦੇ ਅੰਦਰ ਹਰ ਚੀਜ਼ ਦੀ ਆਪਾਂ ਕੀਮਤ ਲਾ ਸਕਦੇ ਹਾਂ, ਹਰ ਇੱਕ ਚੀਜ਼ ਦੀ ਕੀਮਤ ਲਾਈ ਜਾ ਸਕਦੀ। ਹਰ ਇੱਕ ਚੀਜ਼ ਦੇ ਸਾਹਮਣੇ ਕੋਈ ਨਾ ਕੋਈ ਚੀਜ਼ ਬਰਾਬਰ ਤੇ ਆਪਾਂ ਤੋਲ ਦਿੰਦੇ ਹਾਂ, ਰੱਖ ਦਿੰਦੇ ਹਾਂ। ਪਰ ਇੱਕ ਅਕਾਲ ਪੁਰਖ ਪਰਮਾਤਮਾ ਹਸਤੀ, ਉਹਦੇ ਬਰਾਬਰ ਆਪਾਂ ਕਿਸੇ ਨੂੰ ਨਹੀਂ ਰੱਖ ਸਕਦੇ। ਦੋ ਤਿੰਨ ਉਦਾਹਰਨਾਂ ਸਮਝਣ ਵਾਸਤੇ ਆਪਾਂ ਲੈ ਲਈਏ। ਮਨੁੱਖ ਨੇ ਬਹੁਤ ਹੀ ਚੰਗਾ ਸੋਹਣਾ ਨਵਾਂ ਕੱਪੜਾ ਪਾਇਆ ਹੋਵੇ, ਚਿੱਟਾ, ਬਹੁਤ ਹੀ ਕੀਮਤੀ ਕੱਪੜਾ ਪਾਇਆ, ਮਹਿੰਗੇ ਤੋਂ ਮਹਿੰਗਾ ਕੱਪੜਾ ਪਾਇਆ ਹੋਵੇ, ਆਖੇ ਵੀ ਸਭ ਤੋਂ ਮਹਿੰਗਾ ਕੱਪੜਾ ਹੈ, ਪਰ ਮਨੁੱਖ ਉਹਦੀ ਵੀ ਤੁਲਨਾ ਕਰਦੇ, ਵੇ ਕਿੰਨਾ ਚਿੱਟਾ ਸੂਟ ਪਾਇਆ, ਕਿੰਨਾ ਚਿੱਟਾ ਕੱਪੜਾ ਪਾਇਆ, ਜਿਵੇਂ ਦੁੱਧ ਹੁੰਦਾ ਹੈ, ਦੁੱਧ ਨਾਲ ਤੁਲਨਾ ਕਰ ਦਿੱਤੀ। ਕਈ ਵਾਰੀ ਆਪਾਂ ਖੜੇ ਹੁੰਦੇ ਹਾਂ, ਸਾਡੇ ਕੋਲੋਂ ਬਹੁਤ ਤੇਜ਼ ਰਫ਼ਤਾਰ ਦੇ ਨਾਲ ਗੱਡੀ ਲੰਘਦੀ ਹੈ, ਆਪਾਂ ਕਹਿੰਦੇ ਆ ਵੇਖੋ ਕਿੰਨੀ ਤੇਜ਼ ਗੱਡੀ ਗਈ, ਜਿਵੇਂ ਗੋਲੀ ਜਾਂਦੀ ਹੈ। ਕੰਪੇਅਰ ਕਰਤਾ, ਭਾਵ ਉਹਦੇ ਬਰਾਬਰ ਕੋਈ ਨਾ ਕੋਈ ਚੀਜ਼ ਆਪਾਂ ਖੜੀ ਕਰ ਦਿੰਦੇ ਹਾਂ, ਸਥਾਪਿਤ ਕਰ ਦਿੰਦੇ ਹਾਂ। ਪਰ ਅਕਾਲ ਪੁਰਖ ਪਰਮਾਤਮਾ ਇੱਕ ਹੀ ਹੈ, ਉਹਦੇ ਬਰਾਬਰ ਦੀ ਕੋਈ ਹਸਤੀ ਹੈ ਹੀ ਨਹੀਂ ਜਿਹਨੂੰ ਉਹਦੇ ਬਰਾਬਰ ਖੜਾ ਕੀਤਾ ਜਾ ਸਕੇ, ਆਖਿਆ ਜਾ ਸਕੇ ਵੀ ਪਰਮਾਤਮਾ ਦੇ ਬਰਾਬਰ ਆ ਹੈ। ਤਾਂ ਮੇਰੇ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ, ਜਿਹੜਾ ਹੈ ਹੀ ਇੱਕ ਹੈ ਤੇ ਹੈ ਵੀ ਅਮੋਲਕ ਹੈ, ਕੀਮਤ ਤੋਂ ਪਰੇ, ਉਹਦੀ ਕੀਮਤ ਨਹੀਂ ਲਾਈ ਜਾ ਸਕਦੀ। ਖਤਮ ਹੋ ਜਾਵੇ ਵੀ ਮਨੁੱਖ ਦੀ ਸੋਚ, ਮਨੁੱਖ ਦੀਆਂ ਵਿਚਾਰਾਂ, ਮਨੁੱਖ ਦੇ ਖਿਆਲ ਖਤਮ ਹੋ ਜਾਣਗੇ। ਮਹਾਰਾਜ ਨੇ ਤਾਂ ਇਥੋਂ ਤੱਕ ਹੀ ਗੱਲ ਮੁਕਾ ਦਿੱਤੀ। ਸਹਿਬਾਦੇ ਨੇ ਜ਼ਿਹਵਾ ਏਕ ਕਵਣ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੂ ਅੰਤ ਨ ਕਿਨਹੀ ਲਹੀ ਹੈ। ਬੇਸ਼ੁਮਾਰ ਬੇਅੰਤ ਹੈ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਜਿਹੜਾ ਹੈ ਹੀ ਬੇਅੰਤ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਕੀਮਤ ਕਿਵੇਂ ਲਾਈ ਜਾ ਸਕਦੀ? ਮੇਰੇ ਪਾਤਸ਼ਾਹ ਨੇ ਹਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ। ਯਾਦ ਰੱਖੀ ਉਹ ਪਰਮਾਤਮਾ ਕੀਮਤ ਤੋਂ ਪਰੇ, ਉਹਦੀ ਕੀਮਤ ਨਹੀਂ ਲਾਈ ਜਾ ਸਕਦੀ, ਅਮੋਲਕ ਹੈ। ਤੇ ਸਹਿਬ ਆਖਦੇ ਨੇ ਉਹ ਕਿਸੇ ਵੀ ਮੁੱਲ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਤਾਂ ਕੀ ਫਿਰ ਰੱਬ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ? ਕੀਤੀ ਜਾ ਸਕਦੀ, ਬਿਲਕੁਲ। ਰੱਬ ਦੇ ਅੱਗੇ ਵੀ ਕੁਝ ਰੱਖਿਆ ਜਾਵੇ ਤਾਂ ਉਹਦੀ ਪ੍ਰਾਪਤੀ ਕੀਤੀ ਜਾ ਸਕਦੀ। ਤਾਂ ਕੀ ਰੱਬ ਕਿਸੇ ਪਦਾਰਥ ਦਾ ਭੁੱਖਾ ਹੈ? ਰੱਬ ਕਿਸੇ ਚੀਜ਼ ਦਾ ਭੁੱਖਾ ਹੈ? ਵੀ ਰੱਬ ਅੱਗੇ ਕੋਈ ਚੀਜ਼ ਰੱਖਾਂਗੇ ਤੇ ਰੱਬ ਰੀਝ ਜਾਵੇਗਾ, ਖੁਸ਼ ਹੋ ਜਾਵੇਗਾ, ਆਖੇਗਾ ਵੀ ਠੀਕ ਹੈ, ਤੂੰ ਮੇਰੇ ਅੱਗੇ ਇੰਨੀ ਕੀਮਤੀ ਚੀਜ਼ ਰੱਖੀ ਹੈ,
ਇਹ ਤੇ ਕੋਈ ਰੱਖ ਵੀ ਨਹੀਂ ਸਕਦਾ, ਤੇ ਚੱਲ ਮੈਂ ਹੁਣ ਅੱਜ ਤੋਂ ਤੇਰਾ ਹੋਇਆ। ਦੁਨੀਆ ਵਿੱਚ ਕੋਈ ਵੱਡੇ ਤੋਂ ਵੱਡਾ, ਅਮੀਰ ਤੋਂ ਅਮੀਰ ਮਨੁੱਖ ਜ਼ਿਆਦਾ ਤੋਂ ਜ਼ਿਆਦਾ ਕੀ ਰੱਖ ਸਕਦਾ ਹੈ? ਕੀ ਰੱਖੇਗਾ ਜ਼ਿਆਦਾ ਤੋਂ ਜ਼ਿਆਦਾ? ਕਬੀਰ ਸਾਹਿਬ ਨੇ ਇੱਕ ਤੱਤ ਦੀ ਗੱਲ ਸਮਝਾਈ ਬਾਣੀ ਦੇ ਅੰਦਰ। ਪਾਤਸ਼ਾਹ ਆਖਦੇ ਨੇ ਵੀ ਕੋਈ ਆਪਣੀ ਜ਼ਿੰਦਗੀ ਦਾ ਅਮੀਰ ਤੋਂ ਅਮੀਰ ਪੁਰਖ ਅਗਰ ਸਾਰੇ ਸੋਨਾ ਲਿਆ ਕੇ, ਸਾਰੇ ਸੋਨੇ ਦਾ ਢੇਰ ਲਾ ਕੇ ਰੱਖਦੇ ਨੇ, ਸੋਨਾ ਤੇ ਬਹੁਤ ਕੀਮਤੀ ਹੁੰਦਾ ਨਾ, ਤੇ ਢੇਰਾਂ ਦੇ ਢੇਰ ਲਾ ਕੇ ਰੱਖ ਦੇਵੇ, ਤੇ ਇਹ ਆਖੇ ਵੀ ਪਰਮਾਤਮਾ ਤੂੰ ਮੈਨੂੰ ਮਿਲ ਜਾ, ਕਬੀਰ ਸਾਹਿਬ ਆਖਦੇ ਤਾਂ ਵੀ ਗੱਲ ਨਹੀਂ ਬਣਦੀ, ਕਿਉਂਕਿ ਪਰਮਾਤਮਾ ਸੰਸਾਰਕ ਪਦਾਰਥਾਂ ਤੇ ਨਹੀਂ ਰੀਝਦਾ। ਹਾਲਾਂਕਿ ਆਪਾਂ ਕਦੀ ਕਦੀ ਮਨ ਵਿੱਚ ਵਿਚਾਰ ਬਣਾ ਲੈਂਦੇ ਆ ਤੇ ਬੇਅੰਤ ਪਦਾਰਥ ਜਿਹੜੇ ਨੇ ਉਹ ਅੱਗੇ ਲਿਆ ਕੇ ਰੱਖਦੇ ਆ ਮਾਲਕ ਦੇ, ਪਰ ਮਾਲਕ ਕਦੀ ਪਦਾਰਥਾਂ ਤੇ ਨਹੀਂ ਰੀਝਦਾ। ਧੰਨ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੇ ਦਰ ਤੇ ਇੱਕ ਵਾਰੀ ਇੱਕ ਜੈਨੀ ਫਕੀਰ ਆਇਆ, ਤੇ ਹੁਣ ਜੈਨੀ ਸੀ, ਸੁਭਾਵਕ ਗੱਲ ਹੈ, ਤਿਆਗੀ ਸੀ, ਆਪਣੇ ਆਪ ਨੂੰ ਤਿਆਗੀ ਖਵਾਉਂਦਾ ਸੀ। ਜਦੋਂ ਉਹ ਆਇਆ ਤੇ ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ ਸੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਨੂੰ ਵੇਖ ਕੇ ਉਹਨੇ ਕੀ ਵੇਖਿਆ ਵੀ ਦੂਰੋਂ ਦੂਰੋਂ ਲੋਕ ਆ ਰਹੇ ਨੇ ਤੇ ਕੁਝ ਨਾ ਕੁਝ ਭੇਟਾ ਗੁਰੂ ਦੇ ਅੱਗੇ ਰੱਖ ਰਹੇ ਨੇ। ਹੁਣ ਉਹਨੇ ਵੀ ਸੋਚਿਆ ਵੀ ਸ਼ਾਇਦ ਹੋ ਸਕਦਾ ਹੈ ਗੁਰੂ ਸਾਹਿਬ ਭੇਟਾ ਤੇ ਪ੍ਰਸੰਨ ਹੁੰਦੇ ਹੋਣ, ਤਾਂ ਉਹਨੇ ਕੀ ਕੀਤਾ ਵੀ ਇੱਕ ਫੁੱਲ ਲੈ ਕੇ ਨਾ ਬਾਹਰ ਗਿਆ, ਇੱਕ ਫੁੱਲ ਤੋੜਿਆ ਤੇ ਫੁੱਲ ਲੈ ਕੇ ਆ ਗਿਆ। ਹੁਣ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਤੇ ਉਸ ਜੈਨੀ ਸਾਧੂ ਨੂੰ, ਫਕੀਰ ਨੂੰ ਆਖਿਆ ਵੀ ਭਲਿਆ ਤੂੰ ਆਪਣੀ ਜ਼ਿੰਦਗੀ ਦੀਆਂ ਲੋੜਾਂ ਨੂੰ ਇੰਨਾ ਸੰਕੋਚ ਲਿਆ, ਤੂੰ ਆਪਣੇ ਆਪ ਨੂੰ ਤਿਆਗੀ ਕਹਿ ਦਿੱਤਾ, ਤੇ ਇਸ ਫੁੱਲ ਦੀ ਕੀ ਲੋੜ ਸੀ? ਫੁੱਲ ਵੀ ਰਹਿਣ ਦਿੰਦਾ। ਤੇ ਜੇ ਤੂੰ ਸੰਸਾਰ ਦੀਆਂ ਹਰ ਚੀਜ਼ਾਂ ਦਾ ਤਿਆਗ ਕਰ ਦਿੱਤਾ, ਤੂੰ ਕਹਿੰਦਾ ਵੀ ਮੈਂ ਤਿਆਗੀ ਹਾਂ, ਇੱਥੋਂ ਤੱਕ ਤੇ ਬਸਤਰ ਵੀ ਨਹੀਂ ਤੇਰੇ ਕੋਲ, ਤੇ ਤੂੰ ਆਇਆ ਹੈ ਤੇ ਫੁੱਲ ਦੀ ਕੀ ਲੋੜ ਸੀ? ਐਵੇਂ ਆ ਜਾਂਦਾ ਜਿਵੇਂ ਆਇਆ। ਕਹਿਣ ਲੱਗਾ ਪਾਤਸ਼ਾਹ ਜਦੋਂ ਮੈਂ ਦਰਬਾਰ ਵਿੱਚ ਆਇਆ ਤੇ ਵੇਖਿਆ ਹਰ ਕੋਈ ਕੁਝ ਨਾ ਕੁਝ ਭੇਟਾ ਲੈ ਕੇ ਆ ਰਿਹਾ, ਮੇਰਾ ਵੀ ਦਿਲ ਕੀਤਾ ਸ਼ਾਇਦ ਗੁਰੂ ਕਿਸੇ ਭੇਟਾ ਤੇ ਖੁਸ਼ ਹੁੰਦਾ ਹੋਵੇਗਾ, ਤੇ ਮੈਂ ਵੀ ਇਹ ਫੁੱਲ ਤੋੜ ਕੇ ਲਿਆ, ਹੋਰ ਤੇ ਮੇਰੇ ਕੋਲ ਕੁਝ ਹੈ ਨਹੀਂ ਸੀ, ਮੈਂ ਫੁੱਲ ਤੋੜ ਕੇ ਲਿਆ। ਪਾਤਸ਼ਾਹ ਨੇ ਉੱਥੇ ਇੱਕ ਗੱਲ ਸਮਝਾਈ, ਕਹਿਣ ਲੱਗੇ ਪਿਆਰਿਆ ਗੁਰੂ ਜਿਹੜਾ ਨਾ, ਕਹਿਣ ਲੱਗੇ ਉਹ ਕਦੀ ਵੀ ਇਸ ਚੀਜ਼ ਤੇ ਨਹੀਂ ਰੀਝਦਾ ਵੀ ਇਹਦੀ ਪਾਕਟ ਵਿੱਚ, ਇਹਦੀ ਜੇਬ ਦੇ ਵਿੱਚ ਕੀ ਹੈ। ਗੁਰੂ ਨੂੰ ਇਹਦੇ ਨਾਲ ਕੋਈ ਵਾਸਤਾ ਵੀ ਤੇਰੀ ਪਾਕਟ ਵਿੱਚ ਪੈਸੇ ਹੈ ਜਾਂ ਨਹੀਂ ਹੈ, ਤੇਰੇ ਕੋਲ ਦੌਲਤ ਹੈ ਕਿ ਨਹੀਂ ਹੈ, ਕੋਈ ਪਦਾਰਥ ਲੈ ਕੇ ਆਇਆ ਕਿ ਨਹੀਂ ਲੈ ਕੇ ਆਇਆ, ਗੁਰੂ ਨੂੰ ਇਹਦੇ ਨਾਲ ਕੋਈ ਵਾਸਤਾ। ਉਹਨੇ ਆਖਿਆ ਸੀ, ਕਹਿਣ ਲੱਗਾ ਮੈਂ ਤਾਂ ਲੈ ਕੇ ਆਇਆ ਵਾਂ ਵੀ ਕਿਤੇ ਖਾਲੀ ਹੱਥ ਜਾਵਾਂ ਤੇ ਗੁਰੂ ਦੀ ਬੇਅਦਬੀ ਨਾ ਹੋ ਜਾਵੇ। ਤੇ ਬਾਦਸ਼ਾਹ ਆਖਿਆ ਸੀ ਭਲਿਆ ਤੈਨੂੰ ਫਿਰ ਪਤਾ ਨਹੀਂ, ਗੁਰੂ ਦੀ ਬੇਅਦਬੀ ਉਦੋਂ ਨਹੀਂ ਹੁੰਦੀ ਜੇ ਕੋਈ ਮਨੁੱਖ ਖਾਲੀ ਹੱਥ ਹੋਵੇ, ਖਾਲੀ ਹੱਥ ਆਵੇ। ਗੁਰੂ ਦੀ ਬੇਅਦਬੀ ਉਦੋਂ ਹੁੰਦੀ ਹੈ ਜਦੋਂ ਕੋਈ ਹਿਰਦੇ ਦੀ ਭਾਵਨਾ ਤੋਂ ਖਾਲੀ ਆਵੇ। ਹਿਰਦੇ ਵਿੱਚ ਭਾਵਨਾ ਨਹੀਂ, ਸ਼ਰਧਾ ਨਹੀਂ, ਤੇ ਗੁਰੂ ਕੋਲ ਆਇਆ ਹੈ ਤੇ ਫਿਰ ਹਿਰਦੇ ਤੋਂ ਖਾਲੀ ਆਇਆ ਤੇ ਫਿਰ ਗੁਰੂ ਦੀ ਬੇਅਦਬੀ ਹੈ। ਤਾਂ ਦੁਨੀਆ ਦੀ ਦੌਲਤ ਸ਼ੌਹਰਤ ਤੇ ਮਾਲਕ ਨਹੀਂ ਰੀਝਦਾ, ਉਹ ਰੀਝਦਾ ਸਾਡੇ ਅੰਦਰ ਦੀ ਭਾਵਨਾ ਕਿਹੋ ਜੀ ਕੰਮ ਕਰਦੀ ਹੈ। ਜੇ ਸਾਡੇ ਅੰਦਰ ਦੀ ਭਾਵਨਾ ਚੰਗੀ ਹੈ ਤੇ ਗੁਰੂ ਨੇ ਫਿਰ ਇੱਕ ਟਕੇ ਤੇ ਵੀ ਰੀਝ ਜਾਣਾ। ਇੱਕ ਆਇਆ ਆਇਆ ਸੀ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਕੇਵਲ ਇੱਕ ਘਾਹ ਦੀ ਪਾਂਡੀ ਚੁੱਕ ਕੇ ਲੈ ਕੇ ਆਇਆ ਸੀ ਤੇ ਗੁਰੂ ਉਹਦੇ ਤੇ ਵੀ ਰੀਝ ਗਿਆ ਸੀ, ਖੁਸ਼ ਹੋ ਗਿਆ ਸੀ। ਇੱਕ ਮਾਈ ਕਸ਼ਮੀਰ ਦੀ ਧਰਤੀ ਤੇ ਰਹਿੰਦੀ ਹੈ, ਨਾ ਇਹ ਭਾਗ ਭਰੀ, ਪਰ ਅੰਦਰੋਂ ਅਰਦਾਸ ਕਰਨੀ ਭਾਵਨਾ ਨੂੰ ਭਾਗ ਲੱਗੇ। ਗੁਰੂ ਘਰ ਗਿਆ, ਜਦੋਂ ਗੁਰੂ ਘਰ ਗਿਆ ਤੇ ਆਪ ਮੰਗ ਕੇ ਉਹ ਵਸਤਰ ਲਏ, ਬਲਕਿ ਉਹ ਮਾਤਾ ਨੇ ਆਖਿਆ, ਕਹਿ ਲਗੇ ਨਾ ਭਾਗ ਭਰੀ ਸੀ, ਕੇਵਲ ਨਾਮ ਹੀ ਭਾਗ ਭਰੀ ਸੀ,
ਅੱਜ ਦਰਸ਼ਨ ਕਰਕੇ ਵਾਕਈ ਭਾਗਾਂ ਵਾਲੀ ਹੋ ਗਈ ਆ, ਕਿਉਂਕਿ ਅੱਜ ਗੁਰੂ ਦੇ ਦਰਸ਼ਨ ਹੋ ਗਏ ਨੇ। ਕੇਵਲ ਗੁਰੂ ਇੱਕ ਪੋਸ਼ਾਕ ਤੇ ਵੀ ਰੀਝ ਪਿਆ, ਖੁਸ਼ ਹੋ ਗਿਆ, ਕਿਉਂਕਿ ਅੰਦਰ ਭਾਵਨਾ ਕੰਮ ਕਰਦੀ ਸੀ। ਇੱਕ ਨਿੱਕਾ ਜਿਹਾ ਬਾਲਕ ਗੁੜ ਦੀ ਰੇਵੜੀ ਬੰਨ ਕੇ ਆਪਣੇ ਪੱਲੇ ਦੇ ਨਾਲ, ਨਾ ਇਹ ਪੱਲਾ ਕਹਿ ਦਿੱਤਾ ਕਿਸੇ ਨੇ ਵੀ ਗੁਰੂ ਜਿਹੜਾ ਹੈ, ਜਦੋਂ ਉਹਨੂੰ ਪੁਕਾਰੀਏ, ਉਹਨੂੰ ਆਵਾਜ਼ ਮਾਰੀਏ ਤੇ ਗੁਰੂ ਆ ਜਾਂਦਾ, ਕਿਸੇ ਨੇ ਕਹਿ ਦਿੱਤਾ। ਤੇ ਹੁਣ ਸੁਭਾਵਿਕ ਗੱਲ ਹੈ, ਬੱਚਾ ਸੀ ਤੇ ਮਾਂ ਨੂੰ ਜਾ ਕੇ ਕਹਿਣ ਲੱਗਾ, ਮਾਂ ਸਾਡਾ ਵੀ ਕੋਈ ਗੁਰੂ ਹੈ? ਉਹਨੇ ਆਖਿਆ ਹਾਂ। ਉਹਨੇ ਵੀ ਗੁਰੂ ਕਦੀ ਮਿਲਦਾ ਹੈ, ਅਸੀਂ ਗੁਰੂ ਨੂੰ ਮਿਲ ਸਕਦੇ ਹਾਂ? ਤੇ ਮਾਂ ਨੇ ਆਖਿਆ ਸੀ, ਪੁੱਤਰ ਸਾਡੇ ਕੋਲ ਤੇ ਇੰਨੀ ਦੌਲਤ ਨਹੀਂ ਵੀ ਅਸੀਂ ਇੱਥੋਂ ਚੱਲ ਕੇ ਗੁਰੂ ਕੋਲ ਜਾ ਸਕੀਏ, ਤੇ ਕੀ ਗੁਰੂ ਨਹੀਂ ਆ ਸਕਦਾ? ਤੇ ਉਹਨੇ ਆਖਿਆ ਪੁੱਤਰ ਆ ਜਾਂਦਾ ਹੈ। ਤੇ ਉਹਨੇ ਆਖਿਆ ਮਾਂ ਜੇ ਗੁਰੂ ਆ ਜਾਵੇ ਤੇ ਫਿਰ ਗੁਰੂ ਨੂੰ ਰੱਖੀਏ ਕੀ, ਅੱਗੇ ਭੇਟਾ ਕੀ ਰੱਖੀਏ? ਤੇ ਮਾਂ ਨੇ ਉਂਝ ਬੱਚੇ ਦੇ ਦਿਲ ਨੂੰ ਕਿਤੇ ਠੇਸ ਨਾ ਪਹੁੰਚੇ, ਸਿਰਫ ਉਹਦਾ ਦਿਲ ਰੱਖਣ ਵਾਸਤੇ ਇੱਕ ਗੁੜ ਦੀ ਡਲੀ ਦੇ ਕੇ ਇੱਕ ਆਨਾ ਬੰਨ੍ਹਤਾ ਨਾਲ ਪੱਲੇ ਦੇ, ਨਾ ਹੀ ਪੱਲਾ ਪੈ ਗਿਆ। ਤੇ ਹੁਣ ਉਹ ਗੁਰੂ ਗੁਰੂ ਜਪੀ ਜਾਵੇ। ਤੇ ਇੱਕ ਸਮਾਂ ਇਹ ਵੀ ਆਇਆ ਜਦੋਂ ਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਚੱਲ ਗਏ, ਆਪ ਭੇਟਾ ਮੰਗ ਲਈ। ਤਾਂ ਗੁਰੂ ਤੇ ਕਈ ਵਾਰੀ ਇੱਕ ਗੁੜ ਦੀ ਰੇਵੜੀ ਤੇ ਵੀ ਰੀਝ ਜਾਂਦਾ ਹੈ, ਪਰ ਪਿਆਰੇ ਜੇ ਭਾਵਨਾ ਅੰਦਰ ਨਾ ਹੋਵੇ ਤਾਂ ਫਿਰ ਕਬੀਰ ਸਾਹਿਬ ਆਖਦੇ ਨੇ, ਕੋਈ ਸੋਨੇ ਦਾ ਢੇਰ ਇਸ ਤਰ੍ਹਾਂ ਲਾ ਕੇ ਰੱਖਿਆ ਹੋਵੇ ਤੇ ਤਾਂ ਵੀ ਪ੍ਰਾਪਤੀ ਨਹੀਂ ਹੁੰਦੀ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਹਿ ਲਗੇ ਸੋਨਿਆਂ ਨਾਲ ਰੱਬ ਥੋੜਾ ਮਿਲਦਾ। ਜੇ ਵਾਕਈ ਕਦੀ ਇਸ ਤਰ੍ਹਾਂ ਹੁੰਦਾ ਨਾ ਤੇ ਫਿਰ ਅੰਬਾਨੀਆਂ ਡਾਨੀਆਂ ਕੋਲ ਰੱਬ ਹੋਣਾ ਸੀ, ਫਿਰ ਆਮ ਬੰਦੇ ਕੋਲ ਰੱਬ ਨਹੀਂ ਸੀ ਹੋਣਾ। ਫਿਰ ਅੱਜ ਜਿਹੜੇ ਅਮੀਰ ਲੋਕ ਨੇ ਉਹਨਾਂ ਕੋਲ ਰੱਬ ਹੋਣਾ ਸੀ। ਫਿਰ ਆਮ ਮਨੁੱਖ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦਾ। ਪਰ ਰੱਬ ਨੂੰ ਪ੍ਰਾਪਤ ਕੀਤਾ ਹੀ ਉਹਨਾਂ ਲੋਕਾਂ ਨੇ ਵੀ ਜਿਨ੍ਹਾਂ ਨੇ ਹਿਰਦੇ ਦੀ ਭਾਵਨਾ ਬਣਾ ਲਈ। ਭਾਵੇਂ ਉਹਨਾਂ ਕੋਲ ਸੰਸਾਰਕ ਤੌਰ ਤੇ ਧਨ ਦੌਲਤ ਸੋਨਾ ਚਾਂਦੀ ਨਹੀਂ ਸੀ, ਮਹਿਲ ਮਾੜੀਆਂ ਨਹੀਂ ਸਨ, ਪਰ ਉਹ ਮਨੁੱਖ ਹਿਰਦੇ ਦੇ ਬਹੁਤ ਅਮੀਰ ਪੁਰਖ ਸਨ। ਤਾਂ ਮੇਰੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਅਕਾਲ ਪੁਰਖ ਅਮੋਲਕ ਹੈ, ਪਰ ਉਹ ਅਮੋਲਕ ਪਰਮਾਤਮਾ ਜਿਹੜਾ ਹੈ ਦੁਨੀਆ ਦੀ ਕਿਸੇ ਕੀਮਤ ਨਾਲ ਨਹੀਂ ਪ੍ਰਾਪਤ ਹੁੰਦਾ। ਹਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ। ਪਰਮਾਤਮਾ ਅਮੋਲਕ ਹੈ, ਕਿਸੇ ਦੁਨਿਆਵੀ ਮੁੱਲ ਨਾਲ, ਧਨ ਪਦਾਰਥਾਂ ਨਾਲ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਉਹਦਾ ਕੋਈ ਮੁੱਲ ਨਹੀਂ ਪੈ ਸਕਦਾ। ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ। ਲੋਕ ਖੱਪ ਖੱਪ ਕੇ ਦੁਖੀ ਹੋ ਕੇ ਮਰ ਗਏ, ਪਰ ਕਹਿਣ ਲੱਗੇ ਕੋਈ ਉਸ ਪਰਮਾਤਮਾ ਦੀ ਕੀਮਤ ਨਹੀਂ ਲਾ ਸਕਿਆ ਵੀ ਪਰਮਾਤਮਾ ਦੀ ਕੀਮਤ ਆ ਹੋਵੇਗੀ, ਅਕਾਲ ਪੁਰਖ ਦੀ ਕੀਮਤ ਇੰਨੀ ਹੋਵੇਗੀ। ਨਹੀਂ ਲਾ ਸਕਿਆ ਉਹਦੀ ਕੋਈ ਕੀਮਤ, ਕਿਉਂਕਿ ਉਹ ਕਿਸੇ ਕੀਮਤ ਵਿੱਚ ਨਹੀਂ ਆਉਂਦਾ, ਕਿਸੇ ਤੋਲ ਵਿੱਚ ਨਹੀਂ ਆਉਂਦਾ। ਅੱਗੇ ਗੁਰਦੇਵ ਕਿਰਪਾ ਕਰਦੇ ਨੇ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜੇ ਕਿਤੇ ਇਹੋ ਜਿਹਾ ਗੁਰੂ ਮਿਲ ਜਾਵੇ ਨਾ ਜਿਹੜਾ ਅੰਦਰੋਂ ਹਉਮੈ ਨੂੰ ਕੱਢ ਦੇਵੇ, ਮੈਂ ਨੂੰ ਕੱਢ ਦੇਵੇ, ਜਿਹੜਾ ਧਨ ਪਦਾਰਥ ਦੀ ਹਉਮੈ ਲੈ ਕੇ ਬੰਦਾ ਬੈਠਾ ਹੁੰਦਾ ਨਾ, ਕਿਉਂਕਿ ਜਦੋਂ ਹੰਕਾਰ ਹੁੰਦਾ ਉਦੋਂ ਫਿਰ ਨਿਰੰਕਾਰ ਨਹੀਂ ਨੇੜੇ ਹੁੰਦਾ। ਬਾਣੀ ਦਰਬਾਰ ਮਹਾਰਾਜ ਕਿਰਪਾ ਕਰਦੇ ਨੇ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਜਦੋਂ ਮੈਂ ਸੀ ਮੇਰੇ ਅੰਦਰ ਉਦੋਂ ਤੂੰ ਨਹੀਂ ਸੀ ਮਾਲਕ, ਹੁਣ ਤੂੰ ਹੈ, ਹੁਣ ਮੈਂ ਨਹੀਂ। ਤਾਂ ਇਹ ਮੈਂ ਆਈ ਕਿੱਥੋਂ? ਉਹ ਆਈ ਸੀ ਦੌਲਤ ਤੇ ਸ਼ੌਹਰਤ ਵਿੱਚੋਂ। ਮਨੁੱਖ ਕਹਿੰਦਾ ਸੀ ਮੇਰੇ ਕੋਲ ਤੇ ਇੰਨੀ ਦੌਲਤ ਸ਼ੌਹਰਤ ਹੈ, ਮੈਂ ਦੁਨੀਆ ਦੀ ਹਰ ਚੀਜ਼ ਖਰੀਦ ਸਕਦਾ। ਉਹਨੇ ਸੋਚਿਆ ਸ਼ਾਇਦ ਰੱਬ ਨੂੰ ਵੀ ਖਰੀਦ ਲਵਾਂਗਾ, ਰੱਬ ਨਹੀਂ ਖਰੀਦਿਆ ਗਿਆ। ਫਿਰ ਕੀ ਹੋਇਆ? ਫਿਰ ਗੁਰੂ ਦੇ ਚਰਨਾਂ ਵਿੱਚ ਆਇਆ, ਪਤਾ ਲੱਗਾ ਵੀ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਗੁਰੂ ਨੇ ਦੱਸਿਆ ਆਪਣੇ ਅੰਦਰੋਂ ਹਉਮੈ ਨੂੰ ਕੱਢ ਪਹਿਲਾਂ। ਗੁਰੂ ਨੇ ਅੰਦਰੋਂ ਹਉਮੈ ਨੂੰ ਕੱਢ ਦਿੱਤਾ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ। ਫਿਰ ਉਹਦੇ ਅੱਗੇ ਆਪਣਾ ਸਿਰ ਭੇਟਾ ਕਰ ਦਿੱਤਾ। ਕਿਵੇਂ? ਆਪਣੇ ਦਿਮਾਗ ਦੇ ਵਿੱਚ ਜਿੰਨੀਆਂ ਵਿਚਾਰਾਂ ਸਨ ਉਹ ਸਾਰੀ ਗੁਰੂ ਦੇ ਅੱਗੇ ਭੇਟਾ ਰੱਖ ਦਿੱਤੀ। ਜਦੋਂ ਆਪਾਂ ਗੁਰੂ ਦੇ ਅੱਗੇ ਮੱਥਾ ਟੇਕਦੇ ਆ ਨਾ, ਤੇ
ਤੇ ਗੁਰੂ ਅੱਗੇ ਮੱਥਾ ਟੇਕਣ ਦਾ ਭਾਵ ਇਹ ਹੁੰਦਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ। ਉੱਥੇ ਮੇਰਾ ਤਨ ਅਰਪਣ ਹੋ ਗਿਆ, ਮੇਰਾ ਮਨ ਅਰਪਣ ਹੋ ਗਿਆ, ਮੇਰਾ ਧਨ ਅਰਪਣ ਹੋ ਗਿਆ। ਕਹਿਣ ਤੋਂ ਮੁਤਾਜ ਇਹ ਵੀ ਮਾਲਕ ਜੋ ਵੀ ਕੁਛ ਹੈ ਉਹ ਸਭ ਤੇਰੇ ਅੱਗੇ ਅਰਪਣ ਹੈ, ਤੇਰੇ ਅੱਗੇ ਸਮਰਪਿਤ ਹੈ, ਮੇਰਾ ਕੁਛ ਵੀ ਨਹੀਂ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਇਹ ਭਾਵਨਾ ਬਣੇ। ਪਰ ਬੰਦਾ ਕਿੱਥੇ ਮੰਨਦਾ, ਉਹ ਕਹਿੰਦਾ ਆ ਵੀ ਮੇਰਾ ਹੈ, ਆ ਵੀ ਮੇਰਾ, ਕਹਿੰਦਾ ਆ ਵੀ ਮੇਰਾ, ਹਰ ਚੀਜ਼ ਮੇਰੀ ਹੈ। ਤਾਂ ਮੇਰੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਮਾਲਕ ਅੱਗੇ ਆਪਣਾ ਸਿਰ ਸੌਂਪਦੇ। ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਤੇ ਸਿੱਖ ਦੇ ਜੀਵਨ ਦੀ ਸ਼ੁਰੂਆਤ ਹੀ ਇੱਥੋਂ ਕੀਤੀ ਸੀ। ਜਦ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਆਪਣਾ ਸਿਰ ਤਲੀ ਤੇ ਧਰ ਕੇ ਆਉਣਾ, ਭਾਵ ਆਪਣਾ ਆਪਾ ਮਿਟਾ ਕੇ ਆਉਣਾ, ਆਪਣੇ ਹੰਕਾਰ ਨੂੰ ਛੱਡ ਕੇ ਆਉਣਾ, ਆਪਣੀ ਮੈਂ ਦਾ ਤਿਆਗ ਕਰਕੇ ਆਉਣਾ। ਜਿਸ ਰਾਹ ਤੇ ਚੱਲਣਾ ਤੇ ਹੰਕਾਰ ਫਿਰ ਛੱਡਣਾ ਪਵੇਗਾ। ਫਿਰ ਜੋ ਗੁਰੂ ਕਹਿੰਦਾ ਹੈ ਉਹਨੂੰ ਸੱਤ ਕਰਕੇ ਮੰਨਣਾ ਪਵੇਗਾ, ਉਹਨੂੰ ਭਲਾ ਕਰਕੇ ਮੰਨਣਾ ਪਵੇਗਾ। ਜੋ ਗੁਰੂ ਕਹੇ ਸੋਈ ਭਲਾ, ਫਿਰ ਤਾਂ ਭਲਾ ਕਰਕੇ ਮੰਨਣਾ ਪਵੇਗਾ। ਤਾਂ ਗੁਰਦੇਵ ਨੇ ਬੜੀ ਕਿਰਪਾ ਕੀਤੀ। ਕਲਗੀਧਰ ਮਹਾਰਾਜ ਬਾਦਸ਼ਾਹ ਜੀ ਨੇ ਸੀਸ ਕਿਉਂ ਮੰਗੇ ਸਨ? ਕਿਉਂ ਮੰਗਿਆ ਸੀ ਸੀਸ? ਸੀਸ ਮੰਗਣ ਦਾ ਭਾਵ ਹੀ ਇਹ ਸੀ ਵੀ ਆਪਣਾ ਆਪਾ ਗੁਰੂ ਨੂੰ ਭੇਟ ਕਰਦੇ, ਆਪਣਾ ਆਪਾ ਗੁਰੂ ਨੂੰ ਕੁਰਬਾਨ ਕਰਦੇ, ਵੀ ਮੇਰਾ ਜੋ ਕੁਛ ਵੀ ਮਾਲਕ ਤੇਰਾ ਹੈ। ਔਰ ਸੱਚ ਜਾਣਿਓ, ਜਿਨ੍ਹਾਂ ਨੇ ਫਿਰ ਗੁਰੂ ਅੱਗੇ ਆਪਣਾ ਆਪਾ ਭੇਟ ਕਰ ਦਿੱਤਾ, ਗੁਰੂ ਨੇ ਫਿਰ ਉਹਨਾਂ ਨੂੰ ਪਿਆਰਾ ਕਹਿ ਦਿੱਤਾ। ਔਰ ਫਿਰ ਇੰਨਾ ਪਿਆਰਾ ਬਣਾਇਆ ਕਿ ਆਪਣੇ ਪੁੱਤਰਾਂ ਨੂੰ ਬਾਅਦ ਵਿੱਚ ਰੱਖਿਆ, ਪਹਿਲਾਂ ਪਿਆਰਿਆਂ ਨੂੰ ਅੱਗੇ ਰੱਖ। ਤੇ ਰੋਜ਼ ਅਰਦਾਸ ਕਰਦੇ ਆ, ਪੰਜਾਂ ਪਿਆਰਿਆਂ 14 ਸਾਹਿਬਜ਼ਾਦੇ, ਸਾਹਿਬਜ਼ਾਦਿਆਂ ਨਾਲੋਂ ਪਿਆਰੇ ਨੇ ਗੁਰੂ ਨੂੰ ਸਿੱਖ। ਕਿਉਂ? ਜਿਹੜਾ ਸਿੱਖ ਆਪਣਾ ਆਪਾ ਸੌਂਪ ਦਿੰਦਾ ਹੈ, ਗੁਰੂ ਦੇ ਅੱਗੇ ਭੇਟਾ ਰੱਖ ਦਿੰਦਾ ਹੈ, ਗੁਰੂ ਨੂੰ ਬੜਾ ਪਿਆਰਾ ਲੱਗਦਾ ਹੈ। ਪਾਤਸ਼ਾਹ ਦੇ ਨੇ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ। ਜਿਸ ਪਰਮਾਤਮਾ ਦੀ ਇਹ ਜਿੰਦ ਹੈ ਨਾ, ਜਿਨੇ ਤੈਨੂੰ ਬਣਾਇਆ, ਜਿਨੇ ਇਸ ਵਿੱਚ ਜਿੰਦ ਟਿਕਾਈ ਹੈ, ਕਹਿ ਲਗੇ ਫਿਰ ਉਸ ਮਾਲਕ ਦੇ ਚਰਨਾਂ ਨਾਲ ਜੁੜੇ ਰਹਿਣਾ ਚਾਹੀਦਾ। ਹਰੀ ਪ੍ਰਭੂ ਨੂੰ ਮਨ ਵਿੱਚ ਸਦਾ ਹੀ ਵਸਾ ਕੇ ਰੱਖਣਾ ਚਾਹੀਦਾ। ਹਰ ਆਪ ਅਮੋਲਕ ਹੈ, ਭਾਗ ਤੇ ਨਾ ਕੀ ਨਾਨਕਾ ਜਿਨ ਹਰ ਭੁੱਲੇ ਪਾਈ। ਪਰਮਾਤਮਾ ਅਮੋਲਕ ਹੈ, ਪਰ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਨੇ, हे ਨਾਨਕ, ਬਸ ਉਹਨਾਂ ਨੂੰ ਹੀ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹ ਹੀ ਆਤਮਿਕ ਆਨੰਦ ਪ੍ਰਾਪਤ ਕਰਦੇ। ਗੁਰਦੇਵ ਕਿਰਪਾ ਕਰਨ ਪਿਆਰਿਓ, ਪਰਮੇਸ਼ਰ ਪ੍ਰਭੂ ਦੀ ਅਪਾਰ ਕਿਰਪਾ ਰਹਿਮਤ ਹੈ ਕਿ ਸਾਨੂੰ ਇਹ ਅਮੋਲਕ ਜੀਵਨ ਮਿਲਿਆ। ਤੇ ਇਸ ਜੀਵਨ ਦੇ ਵਿੱਚ ਆਪਾਂ ਸੰਸਾਰ ਦੀ ਧਨ ਦੌਲਤ ਦੇ ਨਸ਼ੇ ਵਿੱਚ ਆ ਕੇ ਕਦੀ ਕਦੀ ਧਰਮ ਨੂੰ ਵੀ ਖਰੀਦਣ ਦਾ ਯਤਨ ਕਰਦੇ ਹਾਂ, ਰੱਬ ਨੂੰ ਵੀ ਖਰੀਦਣ ਦਾ ਯਤਨ ਕਰਦੇ ਹਾਂ। ਨਹੀਂ, ਉਹਨੂੰ ਖਰੀਦਿਆ ਨਹੀਂ ਜਾ ਸਕਦਾ। ਬਸ ਉਹਨੂੰ ਜੇ ਪਾਣਾ ਹੈ ਤੇ ਆਪਣੇ ਅੰਦਰੋਂ ਹੰਕਾਰ ਨੂੰ ਗਵਾ ਕੇ, ਆਪਣਾ ਆਪਾ ਮਿਟਾ ਕੇ, ਗੁਰੂ ਅੱਗੇ ਸਮਰਪਿਤ ਹੋ ਕੇ ਤੇ ਮਾਲਕ ਨੂੰ ਪਾਇਆ ਜਾ ਸਕਦਾ ਹੈ। ਸਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪਣੇ ਚਰਨਾਂ ਨਾਲ ਸਾਨੂੰ ਸਾਰਿਆਂ ਨੂੰ ਜੋੜ ਕੇ ਵਿਚਾਰ ਕਰਦੇ ਆ, ਬਿਲਕੁਲ ਹੋਈਆਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।